हाँ जी स्टूडेंट, मेरी आज की वीडियो है इंग्लिश कम्युनिकेशन स्किल्स BA पार्ट 1 सैम 2 ਦੇ ਸਿਲੇਬਸ ਦੇ ਉੱਪਰ ਕਿਵੇਂ ਚੰਗੇ ਨੰਬਰ ਲੈਣੇ ਹਨ, ਕਿਹੜਾ ਪਾਰਟ ਕਵਰ ਕਰਨਾ ਹੈ ਤੇ ਕਿਹੜਾ ਪਾਰਟ ਕਿੰਨੇ ਨੰਬਰਾਂ ਦਾ ਆਏਗਾ। ਰੈਗੂਲਰ ਸਟੂਡੈਂਟ ਡਿਸਟੈਂਸ ਐਜੂਕੇਸ਼ਨ ਤੋਂ ਜੋ ਕਰ ਰਹੇ ਹਨ, ਆਨਲਾਈਨ ਐਜੂਕੇਸ਼ਨ ਸਟੂਡੈਂਟ ਸਭ ਦੇ ਲਈ ਸੇਮ ਹੀ ਹੈ ਬੇਟਾ ਸਿਲੇਬਸ। ਪ੍ਰਾਈਵੇਟ ਸਟੂਡੈਂਟ ਲਈ ਵੀ ਸਿਲੇਬਸ ਬਿਲਕੁਲ ਸੇਮ ਹੈ, ਬਟ ਮਾਰਕਸ ਦੇ ਵਿੱਚ ਥੋੜਾ ਡਿਫਰੈਂਸ ਹੈ। ਇਹ ਪੇਪਰ फॉर रेगूलर ਲਈ ਤੇ डिस्टेंस एजुकेशन ਲਈ 70 ਨੰਬਰ ਦਾ ਆਏਗਾ, ਪਰ ਪ੍ਰਾਈਵੇਟ ਸਟੂਡੈਂਟਸ ਲਈ 100 ਨੰਬਰ ਦਾ ਆਏਗਾ। ਤਾਂ ਉਸ ਅਕੋਰਡਿੰਗ ਤੁਸੀਂ ਕਰ ਸਕਦੇ ਹੋ, ਅਦਰਵਾਈਜ਼ ਸਿਲੇਬਸ ਸੇਮ ਹੈ। ਤਾਂ ਬਹੁਤ ਧਿਆਨ ਨਾਲ ਸਭ ਤੋਂ ਪਹਿਲਾਂ ਦੇਖੋ, ਸੈਮ 2 ਦੇ ਵਿੱਚ BA ਪਾਰਟ 1 ਸੈਮ 2 ਇੰਗਲਿਸ਼ ਕਮਿਊਨੀਕੇਸ਼ਨ ਸਕਿੱਲਸ, ਜਿਹਨੂੰ ਕਿ ਤੁਸੀਂ ਇੰਗਲਿਸ਼ ਕੰਪਲਸਰੀ ਕਹਿੰਦੇ ਹੋ। ਸਭ ਤੋਂ ਪਹਿਲਾਂ ਕੋਰਸ ਕੰਟੈਂਟ ਦੇ ਵਿੱਚ ਬੇਟਾ ਤੁਹਾਨੂੰ ਹੈ ਪੋਇਟਿਕ ਪੈਲਟ ਬਾਈ ओरिएंट ब्लैक्सवैन। पोइटिक पैलेट बाय ओरिएंट ब्लैक्सवैन सैकेंड एडिशन है ਇਹਦਾ 2016 ਦਾ। ਤਾਂ ਇਹਦੇ ਵਿੱਚ 10 पोएम्स ने 10 पोएम्स ने। पीपल्स सॉन्ग बाय रॉबर्ट ब्राउनिंग, एपरेंटली विथ नो सरप्राइज बाय एमिली डिकिंसन, फूल एंड फ्री बाय जीत थायल, मैजिक ऑफ लव बाय हेलन फेरिस, द चार्ज ऑफ द लाइट ब्रिगेड बाय एल्फ्रेड टेनिसन। ਇਹ फर्स्ट 5 पोएम्स ਹਨ बेटा। यूनिट डिवाइड ਹੁੰਦੇ ਹੈ। यूनिट 1 ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਪਹਿਲੀਆਂ 5 ਪੋਇਮਸ ਦੇ ਵਿੱਚੋਂ 2 ਲੌਂਗ ਕੁਐਸਚਨ ਆਉਣਗੇ, ਜਿਹਦੇ ਵਿੱਚੋਂ ਤੁਸੀਂ ਇੱਕ ਕਰਨਾ ਹੋਏਗਾ 12 ਨੰਬਰ ਦਾ। ਠੀਕ ਹੈ ਬੇਟਾ। ਹੁਣ 12 ਨੰਬਰ ਦਾ ਕੁਐਸਚਨ ਹੈ। ਪੋਇਮਸ ਬਹੁਤ ਛੋਟੀਆਂ ਪੋਇਮਸ ਨੇ, ਸ਼ਾਰਟ ਪੋਇਮਸ ਨੇ, ਲਿਰਿਕਲ ਪੋਇਮਸ ਨੇ। ਤੁਸੀਂ ਕੁਐਸਚਨ ਨੂੰ ਐਕਸਪ੍ਰੈਸ ਕਿਵੇਂ ਕਰਨਾ ਹੈ, ਦਿਸ ਇਜ਼ ਦਾ ਇੰਪੋਰਟੈਂਟ ਪਾਰਟ। ਠੀਕ ਹੈ। ਸਭ ਤੋਂ ਪਹਿਲਾਂ ਕੋਈ ਵੀ ਪੋਇਮ ਸਟਾਰਟ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਕਰੋ ਕਿ ਪੋਇਟ ਬਾਰੇ ਕੁਛ ਤੁਹਾਨੂੰ ਨੌਲੇਜ ਹੋਵੇ, ਕਿ ਪੋਇਟ ਦੀ ਮੇਨ ਕੰਟਰੀਬਿਊਸ਼ਨ ਕੀ ਹੈ ਇੰਗਲਿਸ਼ ਲਿਟਰੇਚਰ ਨੂੰ, ਪੋਇਟ ਮੇਨ ਕਿਸ ਚੀਜ਼ ਬਾਰੇ ਲਿਖਦਾ ਹੈ, ਪੋਇਟ ਦੀਆਂ ਮੇਨ ਰਾਈਟਿੰਗਸ ਕੀ ਹੈ। ਠੀਕ ਹੈ। 5 ਤੋਂ 6 ਲਾਈਨਾਂ ਪੋਇਟ ਬਾਰੇ। ਦੈਨ ਪੋਇਮ ਦਾ ਐਗਜ਼ੈਕਟ ਥੀਮ ਕੀ ਹੈ, ਦੈਨ ਪੋਇਮ ਦੀ ਸਮਰੀ। ਤਾਂ ਬਹੁਤ ਹੀ ਬਿਊਟੀਫੁਲ ਕੁਐਸਚਨ ਬਣ ਸਕਦਾ ਬੱਚੇ। ਅਰਾਊਂਡ ਤੁਹਾਨੂੰ 2 ਤੋਂ 3 ਪੇਜਿਸ ਦਾ, ਅਤੇ ਤੁਸੀਂ ਅੱਛੇ ਮਾਰਕਸ ਗ੍ਰੈਬ ਕਰ ਸਕਦੇ ਹੋ। ਮੇਨ ਵਰਡਸ ਨੂੰ ਅੰਡਰਲਾਈਨ ਕਰਨਾ ਹੈ, ਪੈਰਾਗ੍ਰਾਫਸ ਬਣਾਉਣੇ ਹੈ, ਹੈਡਿੰਗਸ ਕਦੀ ਵੀ ਨਹੀਂ ਬਣਾਉਣੀਆਂ ਹੁੰਦੀਆਂ। ਸੈਕਿੰਡ ਪਾਰਟ ਬੱਚਾ 6 to 10 poems, Where the Mind is Without Fear by Rabindranath Tagore, The Soul's Prayer by Sarojini Naidu, I Sit and Look Out by Walt Whitman, Women's Right by Annie Louise Walker, and Goodbye Party for Miss Pushpa T.S. by Nizam Ezekiel। ਤਾਂ ਇਹ ਪੋਇਮ ਲਾਸਟ 5 ਹੈ, ਜਿਹਦੇ ਵਿੱਚੋਂ ਬੇਟਾ 2 ਲੌਂਗ ਆਉਣਗੇ। ਲੌਂਗ ਦੇ ਵਿੱਚ ਥੀਮ ਆ ਸਕਦਾ ਹੈ, ਸਮਰੀ ਆ ਸਕਦੀ ਹੈ, ਜਾਂ ਮੇਨ ਉਹਦੀਆਂ ਕੀ ਸੀਨਸ ਹੈ ਉਹ ਤੁਹਾਨੂੰ ਆ ਸਕਦੀਆਂ। ਸੋ ਦਿਸ ਵਾਜ਼ ਦ ਪਾਰਟ ਆਫ ਪੋਇਮ ਦੇ ਵਿੱਚੋਂ ਫਸਟ 5 ਚੋਂ 2 ਕੁਐਸਚਨ ਇੱਕ ਕਰਨੇ, ਅਗਲੇ 5 ਚੋਂ 2 ਕੁਐਸਚਨ ਇੱਕ ਕਰਨਾ। ਕਲੀਅਰ। ਤਾਂ ਇਸ ਤੋਂ ਇਲਾਵਾ ਮਾਰਕਿੰਗ ਸਕੀਮ ਮੈਂ ਤੁਹਾਨੂੰ ਨੈਕਸਟ ਦੱਸਦੀ ਹਾਂ ਬੱਚੇ। ਰੇਮੰਡ ਮਰਫੀ ਦੀ ਇੰਗਲਿਸ਼ ਗ੍ਰਾਮਰ ਬੁੱਕ 4th ਐਡੀਸ਼ਨ। ਹਾਂਜੀ ਬੇਟਾ 4th ਐਡੀਸ਼ਨ। ਬੱਚੇ ਬਹੁਤ ਕਨਫਿਊਜ਼ ਹੈ ਕਿਉਂਕਿ ਮਾਰਕੀਟ ਦੇ ਵਿੱਚ 5th ਐਡੀਸ਼ਨ ਅਵੇਲੇਬਲ ਹੈ। ਨੋ ਪ੍ਰੋਬਲਮ ਬੇਟਾ, 5th ਐਡੀਸ਼ਨ ਚਾਹੇ ਅਵੇਲੇਬਲ ਹੈ, ਬਟ ਈਵਨ ਦੋ ਤੁਸੀਂ ਇਹਨੂੰ ਕਰ ਸਕਦੇ ਹੋ। 5th ਐਡੀਸ਼ਨ ਦੇ ਵਿੱਚ 1-2 ਸੈਂਟੈਂਸਿਸ ਵੱਧ ਹੈ, ਘੱਟ ਨਹੀਂ ਹੈਗੇ। ਤਾਂ ਰੂਲਸ ਆਰ ਦ ਸੇਮ, ਥੋੜ੍ਹਾ ਡਿਫਰੈਂਸ ਹੈ। ਡੂ ਇਟ, ਡੋਂਟ ਵਰੀ। ਕਲੀਅਰ। ਤਾਂ ਇਹਦੇ ਵਿੱਚ ਤੁਹਾਨੂੰ ਰੇਮੰਡ ਮਰਫੀ ਦੇ ਵਿੱਚੋਂ 38 to 68 ਐਂਡ 82 to 91, ਮਤਲਬ 38 ਤੋਂ 68, 82 ਤੋਂ 91, ਅਤੇ ਅਪੈਂਡਿਸਿਸ ਮਤਲਬ ਜਿਹੜੇ ਪਿੱਛੇ ਸਭ ਤੋਂ ਪਿੱਛੇ ਬੁੱਕ ਦੇ ਦਿੱਤੇ ਹੋਏ ਹੈ 5 ਤੇ 6 ਆਉਣੇ ਆ। ਠੀਕ ਹੈ। ਹੁਣ ਮਾਰਕਿੰਗ ਸਕੀਮ ਤੁਹਾਨੂੰ ਮੈਂ ਐਗਜ਼ੈਕਟਲੀ ਕਲੀਅਰ ਕਰ ਦਿੰਦੀ ਹਾਂ ਕਿ ਕਿਸ ਤਰ੍ਹਾਂ ਆਉਣੀ ਹੈ ਅਤੇ ਕਿਵੇਂ ਤੁਸੀਂ ਤਿਆਰੀ ਕਰਨੀ ਹੈ ਰਜੇ। ਤਾਂ ਨੈਕਸਟ ਦੇਖੋ, ਦਿਸ ਇਜ਼ ਅ ਟੈਸਟਿੰਗ ਸਕੀਮ, ਕਿ ਮਾਰਕਿੰਗ ਸਕੀਮ ਕੀ ਰਹੇਗੀ, ਟੈਸਟਿੰਗ ਕਿਵੇਂ ਹੋਏਗੀ, ਇਹਦੀ ਬਹੁਤ ਧਿਆਨ ਨਾਲ ਸੁਣ ਲਓ। ਦੇਖੋ ਜੀ, ਫਸਟ ਆਫ ਆਲ ਤੁਸੀਂ ਯੂਨਿਟ 1 ਚੈੱਕ ਕਰੋ। ਯੂਨਿਟ 1 ਦੇ ਵਿੱਚ 1 ਐਸੇ ਟਾਈਪ ਕੁਐਸਚਨ ਹੈ ਬੱਚੇ। ਐਸੇ ਟਾਈਪ ਕੁਐਸਚਨ ਆਏਗਾ ਵਿਦ ਇੰਟਰਨਲ ਚੋਇਸ। ਇੰਟਰਨਲ ਚੋਇਸ ਹੈ ਤਾਂ ਪੋਇਟਿਕ ਪੈਲਟ ਦੇ ਵਿੱਚੋਂ ਪਹਿਲੀਆਂ 5 ਪੋਇਮਸ ਦੇ ਵਿੱਚੋਂ ਤੁਹਾਨੂੰ ਇੰਟਰਨਲ ਚੋਇਸ ਆਏਗੀ, ਅਤੇ ਇਹਦੇ ਵਿੱਚੋਂ ਤੁਹਾਨੂੰ ਕੀ ਆ ਸਕਦਾ ਹੈ, ਥੀਮ ਆ ਸਕਦਾ ਹੈ, ਇੰਸੀਡੈਂਟ ਆ ਸਕਦੇ ਹੈ, ਮੇਨ ਆਈਡੀਆਜ਼ ਆ ਸਕਦੇ ਬੇਟਾ। ਕਰੈਕਟਰਸ ਜ਼ਿਆਦਾ ਇੰਨੀ ਇੰਪੋਰਟੈਂਟ ਨਹੀਂ ਹੁੰਦੇ ਇਹਦੇ ਵਿੱਚ ਪੋਇਮਸ ਦੇ ਵਿੱਚ। ਥੀਮ ਅਤੇ ਤੁਹਾਨੂੰ ਜੋ ਇਹਦੇ ਵਿੱਚੋਂ ਸਮਰੀ ਧਿਆਨ ਨਾਲ ਕਰੋ ਅਤੇ ਮੇਨ ਆਈਡੀਆਜ਼ ਧਿਆਨ ਨਾਲ ਕਰੋ। ਕਲੀਅਰ। ਦਿਸ ਇਜ਼ ਯੂਨਿਟ 1। ਉਸ ਤੋਂ ਬਾਅਦ ਹੈ ਯੂਨਿਟ 1 ਦੇ ਵਿੱਚ ਸੈਕਿੰਡ ਕੁਐਸਚਨ ਹੈ 1 ਐਸੇ ਟਾਈਪ ਕੁਐਸਚਨ from with internal alternative
फ्रॉम द पोएम्स ਕਿਹੜੀਆਂ पोएम्स है नैक्सट पोएम्स है बेटा अगलियां ਜਿਹੜੀਆਂ 5 पोएम्स है 6 ਤੋਂ 10 क्लीयर 12 + 12 24 नंबर ਦਾ ਪੇਪਰ पोइट्री ਦੇ ਵਿੱਚੋਂ ਇਹ ਹੋ ਗਿਆ। नाउ दिस इज यूनिट 2 विच इज़ वेरी इंपॉर्टेंट। बहुत ध्यान नाल देखो यूनिट 2 ਨੂੰ ध्यान नाल देखो। ਇੱਥੇ ਬੱਚਿਆਂ ਨੇ ਬਹੁਤ ਦਿਮਾਗ ਨਾਲ ਤਿਆਰੀ ਕਰਨੀ ਕਿ ਅਸੀਂ ਕੀ ਬੈਸਟ ਪ੍ਰਪੇਅਰ ਕਰਨਾ ਹੈ। ਵੈਸੇ ਤਾਂ ਦੇਖੋ ਬੇਟਾ ਪਰਸਨਲ ਐਡਵਾਈਸ ਟੂ ਯੂ ਤੁਸੀਂ 100% ਤਿਆਰੀ ਕਰੋ ਵॉट एवर यू आर स्टडिंग इन BA ग्रैजुएशन जो तुसी ग्रैजुएशन ਦੇ ਵਿੱਚ ਬੇਟਾ ਪੜ੍ਹ ਰਹੇ ਹੋ ਉਹੀ ਕੁਐਸਚਨਸ ਉਹਦੇ ਵਿੱਚੋਂ ਹੀ ਕੰਟੈਂਟ ਕੁਐਸਚਨ ਇਨ ਫਿਊਚਰ ਤੁਸੀਂ ਕੋਈ ਵੀ ਕੰਪੀਟੀਟਿਵ ਐਗਜ਼ਾਮ ਦਿੰਦੇ ਹੋ ਉਹਦੇ ਵਿੱਚ ਆਉਂਦੇ ਹੈ। ਤਾਂ ਪਲੀਜ਼ ਇਹ ਨਾ ਸੋਚਿਆ ਕਰੋ ਕਿ ਅਸੀਂ ਆਹ ਪੋਰਸ਼ਨ ਛੱਡ ਦਿੰਦੇ ਹਾਂ ਆਹ ਸਟੋਰੀ ਛੱਡ ਦਿੰਦੇ ਹਾਂ ਗ੍ਰਾਮਰ ਦੀ ਆਹ ਚੀਜ਼ ਛੱਡ ਦਿੰਦੇ ਹਾਂ। ਡੂ ਇਟ 100%। ਤੁਹਾਡੀ ਜ਼ਿੰਦਗੀ ਦਾ ਉਹ ਸਮਾਂ ਜਿੱਥੇ ਤੁਸੀਂ ਮਿਹਨਤ ਬਹੁਤ ਜ਼ਿਆਦਾ ਕਰ ਸਕਦੇ ਹੋ ਅਤੇ ਅੱਜ ਦੀ ਕੀਤੀ ਮਿਹਨਤ ਤੁਹਾਡਾ ਕੱਲ੍ਹ ਬਹੁਤ ਸੌਖਾ ਕਰ ਦੇਗੀ। ठीक है बिलीव दीज वर्ड्स ये प्रैक्टिकली बोल रही हाँ एक्सपीरियंस नाल बोल रही हाँ। तो यूनिट 2 च देखो बेटा यूनिट 2 दे विच बड़ी क्लीयर किया हुआ बेटा अटैम्प्ट एनी वन लॉन्ग क्वेश्चन फ्रॉम 3rd and 4th and 5th and 6th। ठीक है तीजे चौथे चो एक करना है 5वें 6वें चो एक करना है बेटा। हुण तीसरे दे विच की है 2 स्टैंजा आएंगे प्रिस्क्राइब्ड पोएम दे विचों द पोएटिक पैलेट दे विचों। ठीक है जी विद रैफरेंस टू कॉन्टैक्सट ये पहलियां 5 चों आएंगे फिर यूनिट 4 ਦੇ ਵਿੱਚ 6 ਤੋਂ 10 ਤੋਂ ਆਉਣਗੇ। ਮੀਨਸ ਤੁਸੀਂ ਜਾਂ ਤਾਂ ਪਹਿਲੀਆਂ 5 ਪੋਇਮਸ ਦੇ ਰੈਫਰੈਂਸ ਟੂ ਕੰਟੈਕਸਟ ਚੰਗੀ ਤਰ੍ਹਾਂ ਦੇ ਕਰ ਲਓ ਉਹ 12 ਨੰਬਰ ਦੇ ਆ ਜਾਣਗੇ। ਦੋਨਾਂ ਚੋਂ ਇੱਕ ਕਰਨਾ ਹੈ ਨਾ ਕੁਐਸਚਨ ਤੀਜੇ ਤੇ ਚੌਥੇ ਦੇ ਵਿੱਚੋਂ। ਤਾਂ ਜਾਂ ਤੁਸੀਂ 2 ਸਟੈਂਜ਼ਾ ਆਊਟ ਆਫ 3 ਟੂ ਬੀ ਸੈਟ ਫਰਮ 6 to 10 ਜਾਂ ਤੁਸੀਂ 6 ਤੋਂ 10 ਪੋਇਮ ਦੇ ਰੈਫਰੈਂਸ ਟੂ ਕੰਟੈਕਸਟ ਚੰਗੀ ਤਰ੍ਹਾਂ ਕਰ ਲਓ। ਰੈਫਰੈਂਸ ਟੂ ਕੰਟੈਕਸਟ ਵਿਦ ਐਕਸਪਲੇਨੇਸ਼ਨ ਕੀ ਹੁੰਦੇ ਆ ਬੇਟਾ ਪ੍ਰਸੰਗ ਸਹਿਤ व्याख्या। ठीक है रेफरेंस टू कॉन्टेक्स्ट मीन्स कोई पैरा आ गया कोई स्टैंजा आ गया कुछ लाइन्स आ गया you have to mention from which poem these lines have been taken, who has written this poem, who has composed this poem, and what is the explanation of these lines. Clear? Reference to context then explanation you have to put. This is the unit 2 3 and 4th question. Then what is mentioned see की मैंशन है एनी वन फ्रॉम क्वेश्चन 5 and 6 पंजवें तो 6वें क्वेश्चन के एक करना है। दैन व्हाट इज़ द क्वेश्चन 5 दिस इज़ ट्रांसलेशन फ्रॉम इंग्लिश इनटू हिंदी और पंजाबी। इंग्लिश के सेंटेंस दिते होंगे एनी 6 सेंटेंसिस विल बी गिवन टू यू तुसी ओदी ट्रांसलेशन करनी है पंजाबी या हिंदी दे विच। फाइन तो ये होंगे 12 नंबर दी तुसी या ट्रांसलेशन करनी है या तुहानू आएंगे वर्ड्स ਤੁਸੀਂ ਉਹਨਾਂ ਦੇ ਮੀਨਿੰਗ ਦੇਣੇ ਹੋਣਗੇ ਐਂਡ ਯੂ ਹੈਵ ਟੂ ਮੇਕ ਸੈਂਟੈਂਸਿਸ। ਇਟ ਵਿਲ ਆਲਸੋ ਬੀ ਆਫ 12 ਮਾਰਕਸ ਫਰੋਮ ਪੋਇਟਿਕ ਪੈਲੇਟ। ਫਾਈਨ ਤੇ ਤੁਸੀਂ ਇਹਨਾਂ ਦੋਨਾਂ ਪਾਰਟ 'ਚੋਂ ਇੱਕ ਪਾਰਟ ਕਰ ਸਕਦੇ ਹੋ। ਦੇਖੋ 100% ਤਿਆਰ ਕੀਤਾ ਹੋਇਆ ਹੈ ਮੇਕ ਸੈਂਟੈਂਸਿਸ ਵੀ ਤਿਆਰ ਕੀਤੀ ਹੈ ਟਰਾਂਸਲੇਸ਼ਨ ਵੀ ਤਿਆਰ ਕੀਤੀ ਹੈ। ਜਿਹੜਾ ਪਾਰਟ ਤੁਹਾਨੂੰ ਬੈਸਟ ਆਉਂਦਾ ਹੋਏਗਾ ਤੁਸੀਂ ਕਰ ਲਓਗੇ। ਇਸ ਲਈ ਐਡਵਾਈਸ ਕਰਦੀ ਹਾਂ ਕਿ 100% ਤਿਆਰ ਕਰਿਆ ਕਰੋ। ਬਟ ਇਨ ਕੇਸ ਤੁਹਾਡੇ ਕੋਲ ਟਾਈਮ ਨਹੀਂ ਹੈ ਕਿਤੇ ਕੋਈ ਪ੍ਰੋਬਲਮ ਹੈ ਤਾਂ ਫਿਰ ਤੁਸੀਂ 3rd 4th 'ਚੋਂ ਇੱਕ ਪਾਰਟ ਪ੍ਰਿਪੇਅਰ ਕਰ ਸਕਦੇ ਹੋ 5th 6th 'ਚੋਂ ਇੱਕ ਪਾर्ट प्रिपेयर कर सकते हो। नेक्स्ट क्वेश्चन नेक्स्ट बेटा थोड़ा जो टॉपिक है दैट इज़ यूनिट 3 इम्पॉर्टेंट फ्रॉम ग्रामर। ठीक है जी ग्रामर पार्ट आएगा 10 + 12। हुण देखो 38 to 68 दैन नैक्सट थोड़ा सीगा बेटा 38 to 68 ਦੇ ਵਿੱਚ ਅਗਲੀਆਂ ਜੋ ਐਕਸਰਸਾਈਜ਼ ਹੈਗੀਆਂ ਉਹਦੇ ਵਿੱਚੋਂ ਕਿੰਨਾ ਆਏਗਾ 82 to 91। तो 82 to 91 बहुत ही सिंपल बहुत ही ईजी बहुत ही बेसिक एक्सरसाइजेज है जिन्हों सब तो पहला प्रैक्टिस करके रिविजन कर लो चंगी तरह से जिहदे विच तुसीं 12 आउट ऑफ 12 ग्रैब कर सकते हो। ठीक है तो 22 नंबर का पेपर आना है बिल्कुल छड्डना नहीं है। ग्रामर दी लैफ्ट हैंड साइड ते रूल्स दिते हुए है राइट हैंड साइड ते प्रैक्टिस करने लई दिता होया है। बहुत सिस्टमैटिकली तुसी प्रैक्टिस कर सकते हो। बेसिक ग्रामर है जो कि फॉर एवर मीनस तुसी तुहानूं हमेशा लोड़ ही लोड़ है जिस चीज़ की। ठीक है जी आई होप कि मैं तुहानूं कुछ समझा सकी हाँ कि इस सैमेस्टर नूं तुसी तैयार किवें करना है अच्छे मार्क्स किवें लैने हैं। तो एक चीज़ जो मेन तुहानूं मैं दसना चाहूँगी कि 70 मार्क्स का तुहाडा पेपर है 30 मार्क्स की तुसी असैसमेंट है जिन्हों तुसी बिल्कुल इग्नोर करते हो। 30 मार्क्स विच इज़ इन द हैंड ऑफ योर टीचर। फाइन तो बेटा 30 मार्क्स तुसी किवें ग्रैब करने हैं 70 तुसी मेहनत करके कर लोगे पर 30 किवें करने हैं। अपनी क्लास दे विच प्रॉपर अटेंडेंस रखो
अपनी असाइनमेंट्स प्रॉपर दिओ, अपनी टेस्ट प्रॉपर दिओ, अपना क्लास बिहेवियर अच्छा रखो, अपनी जो इंटरनल एग्ज़ाम है बहुत वधिया तरीके नाल प्रिपेयर करके दिओ। ਉਹੀ ਡਿਫਾਈਨ ਕਰਨਗੇ ਕਿ ਤੁਹਾਡੇ ਕਿੰਨੇ ਨੰਬਰ ਆਉਣਗੇ ਇੰਟਰਨਲ ਅਸੈਸਮੈਂਟ 'ਚੋਂ। ਦੇਖੋ ਬੇਟਾ, ਜੇ ਤੀਆਂ 'ਚੋਂ ਅੱਛੇ ਨੰਬਰ ਲੱਗ ਜਾਂਦੇ ਹੈ ਤਾਂ ਤੁਸੀਂ ਬਹੁਤ ਅੱਛੀ ਬੜੇ ਆਰਾਮ ਨਾਲ ਇੰਗਲਿਸ਼ ਸਬਜੈਕਟ ਤੁਸੀਂ 100 ਚੋਂ 95 94 ਮੋਰ ਦੈਨ 90 ਮਾਰਕਸ ਬੜੇ ਆਰਾਮ ਨਾਲ ਲੈ ਸਕਦੇ ਹੋ। BA1 ਦੇ ਵਿੱਚ ਇੰਗਲਿਸ਼ ਚੋਂ ਮਾਰਕਸ ਗ੍ਰੈਬ ਕਰਨੇ, ਇਟਸ ਨਾਟ ਡਿਫਿਕਲਟ, ਇਟਸ ਵੈਰੀ ਈਜ਼ੀ ਟੂ ਗ੍ਰੈਬ ਮਾਰਕਸ ਇਨ ਇੰਗਲਿਸ਼ ਸਬਜੈਕਟ in BA first year. Fine. So all the best. Prepare for this semester. Hope ਕਿ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਥੋੜ੍ਹਾ ਕਲੀਅਰ ਹੋ ਗਿਆ ਹੋਵੇਗਾ ਕਿ ਤੁਸੀਂ ਕਿਵੇਂ ਤਿਆਰੀ ਕਰਨੀ ਹੈ ਇਸ ਸਮੈਸਟਰ ਨੂੰ ਅਤੇ ਕਿਵੇਂ ਚੰਗੇ ਨੰਬਰ ਲੈਣੇ ਹੈ। ਕਦੀ ਇਹ ਨਹੀਂ ਸੋਚਣਾ ਕਿ ਛੱਡ ਦਿੰਦੇ ਹਾਂ, ਨਹੀਂ ਕਰਦੇ, ਫਿਰ ਕਰ ਲਾਂਗੇ, ਕਿਉਂਕਿ ਜੋ ਬੱਚੇ ਦੀ ਇੱਕ ਵਾਰੀ BA1 ਦੇ ਵਿੱਚ ਰੀਅਪੀਅਰ ਆ ਜਾਏ, ਫਿਰ ਉਹ ਬੱਚੇ ਦਾ ਅਗਲੇ ਸਾਲ ਰਿਜ਼ਲਟ ਆਏਗਾ, ਉਦੋਂ ਅਗਲੇ ਸਾਲ ਉਹ ਅਪੀਅਰ ਹੋਏਗਾ, ਤਾਂ ਮਤਲਬ BA ਕਰ ਜਾਓਗੇ ਪਰ ਫਿਰ ਰੀਅਪੀਅਰ ਛੇਤੀ ਕਲੀਅਰ ਨਹੀਂ ਹੁੰਦੀ ਬੇਟਾ। ਤਾਂ ਪਲੀਜ਼ ਰੀਅਪੀਅਰ ਕਦੀ ਨਹੀਂ ਲੈ ਕੇ ਆਉਣੀ, ਆਪਣੀ ਪ੍ਰਿਪਰੇਸ਼ਨ ਕਰੋ। ਆਲ ਦੀ ਬੈਸਟ, ਗੋਡ ਬਲੈਸ ਯੂ, ਥੈਂਕ ਯੂ, ਕੀਪ ਵਾਚਿੰਗ।